ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਅਗਮ ਅਗੋਚਰ ਸਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਬੇਸ਼ੁਮਾਰ ਅਥਾਹ ਅਗਣਤ ਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਘਰ ਪਹਿਲਾ ਚੌਪ ਦੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕੋਈ ਪੜਤਾ ਸਹਿਸਾ ਕਿਰਤਾ। ਕੋਈ ਪੜੈ ਪੁਰਾਨਾ। ਕੋਈ ਨਾਮ ਜਪੈ ਜਪ ਮਾਲੀ ਲਾਗੈ ਤਿਸੈ ਧਿਆਨਾ। ਕੋਈ ਪੜਤਾ ਸਹਿਸਾ ਕਿਰਤਾ। ਕੋਈ ਪੜ੍ਹੈ ਪੁਰਾਨਾ। ਕੋਈ ਨਾਮ ਜਪੈ ਜਪ ਮਾਲੀ ਲਾਗੈ ਤਿਸੈ ਧਿਆਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਸ਼ ਕੀਤਾ ਹੈ। ਹੋਂ ਕੁਰਬਾਨ ਜਾਈ ਤੇਰੇ ਨਾਮ ਹੈ। ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ। ਸੋ ਜਸ ਤੇਰਾ ਗਾਵੈ। ਸੋ ਗੁਰਮੁਖੋ ਇਸ ਸਮੇਂ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਹੋਏ ਨੇ। ਸਮਾਂ ਬਣਿਆ ਹੈ ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ। ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਜੋ ਪਾਵਨ ਕਥਾ ਲੜੀਵਾਰ ਚੱਲ ਰਹੀ ਹੈ। ਇਸ ਦੇ ਤਹਿਤ ਰਾਮ ਕਲੀ ਰਾਗ ਦੀ ਆਰੰਭਤਾ ਹੋ ਰਹੀ ਹੈ 876 ਅੰਗ ਤੇ। ਇਸ ਤੋਂ ਪਹਿਲਾਂ 17 ਰਾਗ ਆ ਚੁੱਕੇ ਹਨ। 17ਵਾਂ ਰਾਗ ਗੌਂਡ ਸੀ। 18ਵੇਂ ਰਾਗ ਦੀ ਆਰੰਭਤਾ ਹੋ ਰਹੀ ਹੈ। ਰਾਮ ਕਲੀ ਰਾਗ ਬੜਾ ਮਿੱਠਾ, ਬੜਾ ਮਧੁਰ, ਬੜਾ ਪਿਆਰਾ ਰਾਗ ਹੈ। ਇਸ ਰਾਗ ਨੂੰ ਜਿਹੜਾ ਗਾਣ ਦਾ ਸਮਾਂ ਹੈ ਦਿਨ ਦਾ ਪਹਿਲਾ ਪਹਿਰ। ਅੰਮ੍ਰਿਤ ਵੇਲੇ ਵੀ ਇਹ ਰਾਗ ਗਾਇਆ ਜਾਂਦਾ ਹੈ। ਔਰ ਇਸ ਰਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਜੋਗੀਆਂ ਦੇ ਪ੍ਰਥਾਏ ਬਹੁਤ ਸਾਰੇ ਸ਼ਬਦ ਉਚਾਰਨ ਕੀਤੇ ਹਨ। ਵਾਸਿਦ ਗੋਸ਼ਟ ਦੀ ਬਾਣੀ ਵੀ ਜੋਗੀਆਂ ਦੇ ਨਾਲ ਹੋਈ ਵਿਚਾਰ ਚਰਚਾ ਦੇ ਪ੍ਰਥਾਏ ਹੈ। ਕਿਉਂਕਿ ਰਾਮ ਕਲੀ ਰਾਗ ਜੋਗੀਆਂ ਦੇ ਵਿੱਚ ਬੜਾ ਹਰਮਨ ਮੰਨਿਆ ਗਿਆ ਹੈ।
ਜਿਵੇਂ ਸੂਫੀ ਸੰਤਾਂ ਦੇ ਅੰਦਰ ਆਸਾ ਰਾਗ, ਸੂਹੀ ਅਤੇ ਤਲੰਗ ਰਾਗ ਬੜਾ ਹਰਮਨ ਹੈ। ਸੂਹੀ ਰਾਗ, ਤਲੰਗ ਔਰ ਆਸਾ ਰਾਗ, ਇਸ ਕਰਕੇ ਬਹੁਤ ਸਾਰੇ ਸ਼ਬਦ ਉੱਥੇ ਮਹਾਰਾਜ ਜੀ ਨੇ ਸੂਫੀ ਸੰਤਾਂ ਦੇ ਪ੍ਰਤਾਏ ਉਚਾਰਨ ਕੀਤੇ ਹਨ। ਸੋ ਇਹ ਰਾਮਕਲੀ ਰਾਗ ਬੜਾ ਮਧੁਰ ਰਾਗ ਹੈ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਰਾਗ ਦੀ ਰੰਭਤਾ ਕਰਦੇ ਨੇ। 876 ਅੰਗ ਤੇ ਇਹ ਰਾਗ ਆਰੰਭ ਹੋ ਰਿਹਾ ਹੈ। ਵਾਹਿਗੁਰੂ ਜੀ ਦਾ ਮੰਗਲਾਚਰਨ ਕੀਤਾ ਹੈ। ਇੱਥੇ ਜੋ ਮੰਗਲਾਚਰਨ ਹੈ ਉਹ ਵੱਡੇ ਰੂਪ ਦੇ ਵਿੱਚ ਆਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅਕਾਲ ਪੁਰਖ ਦਾ 4 ਪ੍ਰਕਾਰ ਦਾ ਮੰਗਲਾਚਰਨ ਕੀਤਾ ਗਿਆ ਹੈ। ਪ੍ਰਥਮ ਜੋ ਵੱਡੇ ਰੂਪ ਦੇ ਵਿੱਚ ਹੈ, ਇੱਕ ਓੰਕਾਰ ਤੋਂ ਲੈ ਕੇ ਜੋ ਜਪਜੀ ਸਾਹਿਬ ਦੀ ਬਾਣੀ ਦੀ ਆਰੰਭਤਾ ਦੇ ਵਿੱਚ ਹੈ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੰਗਲਾਚਰਨ 33 ਵਾਰ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਅਤੇ ਜਿਹੜਾ ਸੂਖਸ਼ਮ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹ 524 ਵਾਰ ਆਇਆ ਹੈ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ 9 ਵਾਰੀ ਆਇਆ ਹੈ। ਇੱਕ ਓੰਕਾਰ ਸਤਿਨਾਮ ਗੁਰ ਪ੍ਰਸਾਦ, ਇਹ 2 ਵਾਰੀ ਆਇਆ ਹੈ। ਇਸ ਤਰ੍ਹਾਂ 568 ਵਾਰੀ ਮੰਗਲਾਚਰਨ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੀਤਾ ਗਿਆ ਹੈ। ਇੱਥੇ ਜਿਹੜਾ ਮੰਗਲਾਚਰਨ ਹੈ ਵੱਡੇ ਸਰੂਪ ਵਾਲਾ ਹੈ, ਜੋ 33 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਇਆ ਹੈ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ। ਹੇ ਵਾਹਿਗੁਰੂ, ਹੇ ਨਿਰੰਕਾਰ, ਤੇਰੇ ਨਾਮ ਨੂੰ ਵਿਸਾਰ ਕੇ ਮੇਰੀ ਕੀ ਗਤੀ ਹੋ ਸਕਦੀ, ਭਾਵ ਮੇਰਾ ਭਲਾ ਨਹੀਂ ਹੋ ਸਕਦਾ। ਨਾਮ ਨੂੰ ਵਿਸਾਰ ਕੇ ਸਾਡਾ ਕਦੇ ਵੀ ਭਲਾ ਨਹੀਂ ਹੋ ਸਕਦਾ। ਹੇ ਵਾਹਿਗੁਰੂ, ਅਸੀਂ ਮੂਰਖ ਜੀਵ ਹਾਂ, ਅਗਿਆਨੀ ਜੀਵ ਹਾਂ। ਹੁਣ ਤੇਰੀ ਸ਼ਰਨ ਵਿੱਚ ਆਏ ਆ, ਕਿਰਪਾ ਕਰ ਸ਼ਰਨ ਪਿਆ ਹੋਇਆਂ ਦੀ ਲਾਜ ਰੱਖ ਲੈ, ਪੱਤ ਰੱਖ ਲੈ। ਅਸੀਂ ਭੁੱਲੇ ਰਹੇ ਹਾਂ ਤੇਰੇ ਨਾਮ ਨੂੰ। ਹੁਣ ਸਮਝ ਆਈ ਹੈ ਕਿ ਨਾਮ ਤੋਂ ਬਿਨਾਂ ਤਾਂ ਸਾਡਾ ਭਲਾ ਹੋ ਹੀ ਨਹੀਂ ਸਕਦਾ। ਇਸ ਕਰਕੇ ਤੂੰ ਕਿਰਪਾ ਕਰ, ਆਪਣੀ ਸ਼ਰਨ ਵਿੱਚ ਰੱਖ, ਆਪਣੇ ਨਾਮ ਦੀ ਦਾਤ ਬਖਸ਼। ਇਹ ਰਹਾਉ ਦਾ ਬੰਦ ਹੈ। ਆਓ ਸਤਿਗੁਰੂ ਜੋ ਉਪਦੇਸ਼ ਕਰ ਰਹੇ ਨੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਪਿਆਰ ਸਹਿਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਰਾਮਕਲੀ ਰਾਗ ਬੜਾ ਮਧੁਰ ਰਾਗ ਹੈ। ਮਹੱਲਾ ਪਹਿਲਾ, ਭਾਵ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਘਰ ਦੇ ਵਿੱਚ ਬਾਣੀ ਉਚਾਰਨ ਕਰ ਰਹੇ ਨੇ। ਇੱਥੇ ਜਿਹੜੇ ਸ਼ਬਦ ਆਉਣੇ ਨੇ ਉਹ ਸੁਰ ਤਾਲ ਦੇ ਮੁਤਾਬਕ ਪਹਿਲੇ ਘਰ ਵਿੱਚ ਗਾਉਣ ਦਾ ਹੁਕਮ ਹੈ। ਪਾਤਸ਼ਾਹ ਜੀ ਦੇ ਜਿਹੜੇ ਇੱਥੇ ਸ਼ਬਦ ਆਉਣੇ ਨੇ ਚੌਪਦੇ, ਭਾਵ ਜਿਨ੍ਹਾਂ ਦੇ 4 ਪਦੇ, 4 ਚਰਨ ਹੋਣ, 4 ਪੌੜੀਆਂ ਹੋਣ। 4 ਪੌੜੀਆਂ ਵਾਲੇ ਸ਼ਬਦ ਆਉਣਗੇ ਤਾਂ ਉਹਨਾਂ ਨੂੰ ਕਿਹਾ ਚੌਪਦੇ। ਹੁਣ ਅੱਗੇ ਵਾਹਿਗੁਰੂ ਜੀ ਦਾ ਮੰਗਲਾਚਰਨ ਹੈ। ਇੱਕ ਓੰਕਾਰ, ਵਾਹਿਗੁਰੂ ਇੱਕ ਹੈ। ਪਰਮਾਤਮਾ ਬਾਰੇ ਬੜੇ ਭਰਮ ਲੋਕਾਂ ਵਿੱਚ ਪਾਏ ਗਏ ਤੇ ਹੁਣ ਵੀ ਪਾਏ ਜਾਂਦੇ ਨੇ। ਭਾਵੇਂ ਕਿ ਅੱਜ ਮਨੁੱਖ ਕੋਲ ਦੁਨਿਆਵੀ ਵਿੱਦਿਆ ਬੜੀ ਹੈ, ਪਰ ਫਿਰ ਵੀ ਪਰਮਾਤਮਾ ਦੇ ਨਾਮ ਤੇ ਬੜਾ ਭੁਲੇਖਾ ਪਾਇਆ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਨਿਰੰਕਾਰ ਕੇਵਲ ਇੱਕ ਹੈ।
ਓੰਕਾਰ ਵਾਹਿਗੁਰੂ ਨਿਰੰਕਾਰ ਸਾਰਿਆਂ ਦਾ ਮੂਲ ਹੈ। ਸਾਰਾ ਕੁਝ ਬਣਾਉਣ ਵਾਲਾ ਹੈ, ਸਾਰਾ ਕੁਝ ਕਰਨ ਵਾਲਾ ਹੈ, ਸਾਰੇ ਸੰਸਾਰ ਨੂੰ ਚਲਾਉਣ ਵਾਲਾ ਹੈ। ਆਦਿ ਸ਼ਕਤੀ ਉਹਨੂੰ ਓੰਕਾਰ ਕਿਹਾ ਗਿਆ, ਜਿਸ ਤੋਂ ਸਾਰਾ ਕੁਝ ਹੋ ਰਿਹਾ ਹੈ। ਓੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ। ਓੰਕਾਰ ਆਦ ਮੈਂ ਜਾਨਾ ਲਿਖ ਹਰ ਮੇਟੈ ਤਾਹੇ ਨਾ ਮਾਨਾ। ਇਹ ਜਿਹੜੀ ਸੋਝੀ ਦਿੱਤੀ ਹੈ ਨਾ ਵੀ, ਉਹ ਸ਼ਕਤੀ ਜੋ ਆਪਣੇ ਆਪ ਸਾਰਾ ਕੁਝ ਕਰ ਰਹੀ ਹੈ, ਇਹ ਵਾਹਿਗੁਰੂ ਨੇ ਆਪ ਹੀ ਆਪਣੇ ਪਿਆਰਿਆਂ ਨੂੰ ਉਹ ਰੂਹਾਨੀਅਤ ਦਾ ਗਿਆਨ ਬਖਸ਼ਿਆ ਹੈ ਕਿ ਉਹਦਾ ਕੀ ਆਕਾਰ ਹੈ। ਅੰਤ ਕਿਸੇ ਵੀ ਪ੍ਰਕਾਰ ਨਹੀਂ ਲਿਆ ਜਾ ਸਕਦਾ, ਨਾ ਕੋਈ ਲੈ ਸਕਦਾ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਪਾਤਸ਼ਾਹ ਕਹਿੰਦੇ ਸਤ ਨਾਮ ਉਹ ਵਾਹਿਗੁਰੂ ਸਦੀ ਵੀ ਕਾਲ ਸਤ ਹੈ, ਸਦਾ ਹੀ ਹੈ। ਕਾਲ ਤੋਂ ਰਹਿਤ, ਕਾਲ ਨਾਮ ਹੀ ਹੋਵੇਗਾ ਤਾਂ ਵੀ ਸਤ ਹੈ। ਕਾਲ ਦਾ ਅਰਥ ਹੈ ਸਮਾਂ, ਕੁਝ ਨਾਮ ਹੀ ਹੋਵੇ ਉਹ ਤਾਂ ਵੀ ਸਤ ਹੈ ਔਰ ਨਾਮ ਵਾਲਾ ਹੈ। ਭਾਵ ਉਹਦੇ ਨਾਮ ਦੇ ਵਿੱਚ ਸਦਾ ਪਾਵਰ ਹੈ। ਜੋ ਮਨੁੱਖਾਂ ਦੇ ਨਾਮ ਨੇ, ਪਸ਼ੂਆਂ ਪੰਛੀਆਂ ਦੇ ਨਾਮ ਨੇ, ਇਹ ਮਿਟ ਜਾਂਦੇ ਨੇ, ਇਹਨਾਂ ਦੀ ਕੋਈ ਬਹੁਤੀ ਪਾਇਆ ਨਹੀਂ ਹੈ। ਉਹਦਾ ਨਾਮ ਸਦਾ ਸਤ ਹੈ, ਸਦਾ ਹੀ ਰਹਿਣ ਵਾਲਾ ਹੈ। ਕਰਤਾ ਪੁਰਖ ਉਹ ਸਾਰਿਆਂ ਦਾ ਕਰਤਾ ਹੈ। ਮਨੁੱਖ ਵੀ ਕੁਝ ਚੀਜ਼ਾਂ ਬਣਾਉਂਦਾ ਹੈ, ਪਰ ਮਨੁੱਖ ਸਾਰੀਆਂ ਚੀਜ਼ਾਂ ਦਾ ਕਰਤਾ ਨਹੀਂ ਹੈ। ਜਿਹੜਾ ਘੁਮਿਆਰ ਹੈ ਉਹ ਭਾਂਡੇ ਬਣਾਉਂਦਾ ਹੈ, ਜਿਹੜਾ ਲੁਹਾਰ ਹੈ ਔਜ਼ਾਰ ਬਣਾਉਂਦਾ ਹੈ, ਸੁਨਿਆਰਾ ਸੋਨੇ ਦੇ ਗਹਿਣੇ ਬਣਾਉਂਦਾ ਹੈ। ਇਸ ਤਰ੍ਹਾਂ ਹੋਰ ਵੀ ਜੋ ਚੀਜ਼ਾਂ ਸਾਰੀਆਂ ਬਣਦੀਆਂ ਨੇ, ਉਹ ਦੂਸਰਾ ਕੰਮ ਨਹੀਂ ਕਰ ਸਕਦੇ। ਵੱਧ ਤੋਂ ਵੱਧ ਕੋਈ 2-4 ਕੰਮ ਕਰ ਲਵੇਗਾ। ਪਰਮਾਤਮਾ ਸਾਰਾ ਕੁਝ ਦਾ ਹੀ ਕਰਤਾ ਹੈ। ਹੁਣ ਜੇ ਆਪਾਂ ਸੁਨਿਆਰ ਨੂੰ ਆਖੀਏ ਵੀ ਤੂੰ ਲੋਹੇ ਦੇ ਔਜ਼ਾਰ ਬਣਾ ਕੇ ਦੇ, ਨਹੀਂ ਬਣਾ ਸਕੇਗਾ, ਕਿਉਂਕਿ ਉਸ ਤਰ੍ਹਾਂ ਦਾ ਉਹਦੇ ਕੋਲ ਅਭਿਆਸ ਨਹੀਂ, ਉਹਦੇ ਕੋਲ ਉਸ ਤਰ੍ਹਾਂ ਦੀ ਕਲਾ ਨਹੀਂ ਹੈ। ਲੋਹਾਰ ਨੂੰ ਕਹੀਏ ਤੂੰ ਸੋਨੇ ਦੇ ਗਹਿਣੇ ਬਣਾ ਦੇ, ਨਹੀਂ ਬਣਾ ਸਕੇਗਾ। ਵਾਹਿਗੁਰੂ ਨਿਰੰਕਾਰ ਸਾਰੇ ਕੁਝ ਦਾ ਕਰਤਾ। ਵੇਖੋ ਉਹਨੇ ਬਨਸਪਤੀ ਬਣਾਈ, ਕਿੰਨੇ ਪ੍ਰਕਾਰ ਦੀ ਤਾਂ ਬਨਸਪਤੀ ਬਣਾ ਦਿੱਤੀ, ਕਿੰਨੇ ਪ੍ਰਕਾਰ ਦੀਆਂ ਸਬਜ਼ੀਆਂ, ਕਿੰਨੇ ਪ੍ਰਕਾਰ ਦੇ ਫਲ, ਤੇ ਫਿਰ ਵੇਖੋ ਹਰ ਇੱਕ ਦੇ ਵਿੱਚ ਰਸ ਵੀ ਵੱਖੋ ਵੱਖਰਾ ਭਰਿਆ ਹੈ। ਸਾਰੇ ਪਦਾਰਥਾਂ ਵਿੱਚ, ਫਲਾਂ ਵਿੱਚ, ਬਨਸਪਤੀ ਦੇ ਵਿੱਚ ਵੱਖੋ ਵੱਖਰਾ ਸਵਾਦ। ਵੇਖੋ ਤੁਸੀਂ, ਆਪਾਂ ਜਿਵੇਂ ਹੁਣ ਅੱਜ ਕੱਲ੍ਹ ਝੋਨੇ ਦਾ ਸੀਜ਼ਨ ਹੈ, ਝੋਨੇ ਦੀਆਂ ਹੀ ਕਈ ਕਿਸਮਾਂ ਨੇ, ਉਹਨਾਂ ਦੇ ਵਿੱਚ ਵੀ ਵੱਖੋ ਵੱਖਰਾ ਰਸ ਭਰਿਆ ਹੋਇਆ ਹੈ। ਸਾਰਾ ਕੁਝ ਇੱਕ ਬਾਸਮਤੀ, ਉਹਦੇ ਵਿੱਚ ਵੇਖੋ ਚੌਲਾਂ ਵਿੱਚੋਂ ਖੁਸ਼ਬੂ ਆਉਂਦੀ ਹੈ ਤਾਂ ਉਹ ਵੀ ਚੌਲ ਨੇ, ਪਰ ਦੂਜੇ ਨੇ, ਦੂਜਿਆਂ ਵਿੱਚੋਂ ਨਹੀਂ ਆਉਂਦੀ, ਦੂਜਿਆਂ ਵਿੱਚੋਂ ਹੋਰ ਤਰ੍ਹਾਂ ਦੀ ਆਉਂਦੀ, ਪਰ ਉਹਦੇ ਵਿੱਚੋਂ ਦੂਰ ਤੱਕ ਖੁਸ਼ਬੂ ਆਉਂਦੀ ਹੈ। ਵਾਹਿਗੁਰੂ ਕੈਸਾ ਕਰਤਾ ਹੈ। ਵੇਖੋ ਉਹਨੇ ਕੈਸਾ ਅਦਭੁਤ ਰਚਨਾ ਕੀਤੀ ਹੋਈ ਹੈ। ਫੁੱਲਾਂ ਦੇ ਵਿੱਚੋਂ ਕਈ ਤਰ੍ਹਾਂ ਦੀ ਖੁਸ਼ਬੂ ਆਉਂਦੀ ਹੈ। ਸਾਰੇ ਫੁੱਲ ਵੱਖੋ ਵੱਖ ਤਰ੍ਹਾਂ ਦੇ, ਉਹਨਾਂ ਵਿੱਚ ਵੱਖੋ ਵੱਖਰਾ ਰੰਗ, ਵੱਖੋ ਵੱਖਰੀ ਖੁਸ਼ਬੂ ਭਰੀ ਹੈ। ਪੰਛੀਆਂ ਵੱਲ ਵੇਖੋ, ਪੰਛੀਆਂ ਦੇ ਪੰਖਾਂ ਦੇ ਵਿੱਚ ਹੀ ਕਈ ਕਈ ਰੰਗ ਭਰੇ ਨੇ, ਇੱਕ ਇੱਕ ਪੰਛੀ ਵਿੱਚ ਹੀ ਕਈ ਰੰਗ ਰੱਬ ਨੇ ਭਰ ਦਿੱਤੇ ਨੇ। ਔਰ ਵੇਖੋ ਬੰਦੇ ਦੇ ਰੰਗ ਬੁਲਾਏ, ਆਪਾਂ ਬੰਦ ਘਰਾਂ ਵਿੱਚ ਰੰਗ ਰੋਗਨ ਕਰਾਉਂਦੇ ਹਾਂ, ਇੱਕ ਫਿੱਕੇ ਪੈ ਜਾਂਦੇ ਨੇ, ਪਰ ਪਰਮਾਤਮਾ ਨੇ ਜਿਹੜੇ ਰੰਗ ਭਰੇ ਨੇ ਕਦੇ ਫਿੱਕੇ ਨਹੀਂ ਹੁੰਦੇ। ਵੇਖੋ ਕੈਸੀ ਉਹਦੀ ਅਦਭੁਤ ਕੁਦਰਤ ਹੈ। ਐਸਾ ਵਾਹਿਗੁਰੂ ਨਿਰੰਕਾਰ ਉਹ ਕਰਤਾ ਹੈ।
ਕਈ ਤਰ੍ਹਾਂ ਦਾ ਪਾਣੀ ਦਾ ਸਵਾਦ ਬਣਾਤਾ। ਵੇਖੋ ਪਾਣੀ ਬਣਾਇਆ ਵਾਹਿਗੁਰੂ ਨੇ, ਪਾਣੀ ਵੀ ਕੋਈ ਖਾਰਾ ਹੈ, ਕੋਈ ਬਕਬਕਾ ਹੈ, ਕੋਈ ਬੜਾ ਮਿੱਠਾ ਹੈ, ਕੋਈ ਕਿਸ ਤਰ੍ਹਾਂ ਹੈ। ਇਹ ਜਦੋਂ ਆਪਾਂ ਉਹਦੀ ਰਚਨਾ ਨੂੰ ਗਹਿਰਾਈ ਨਾਲ ਵੇਖੀਏ ਨਾ ਤਾਂ ਬੰਦਾ ਵਿਸਮਾਦ ਵਿੱਚ ਆ ਜਾਂਦਾ। ਤਾਂ ਹੀ ਆਸਾ ਕੀ ਵਾਰ ਵਿੱਚ ਕਿਹਾ ਹੈ, ਵਿਸਮਾਦ ਨਾਦ ਵਿਸਮਾਦ ਵੇਦ। ਨਾਦ ਕਹਿੰਦੇ ਨੇ ਆਵਾਜ਼ ਨੂੰ। ਹੁਣ ਵੇਖੋ ਪੰਛੀਆਂ ਦੇ ਵਿੱਚ ਆਵਾਜ਼ ਵੱਖੋ ਵੱਖਰੀ ਹੈ। ਹੋਰ ਵੇਖੋ ਆਪਾਂ ਮਨੁੱਖ ਜਾਤੀ ਦੇ ਵਿੱਚ ਹੀ ਸਾਰਿਆਂ ਦੀ ਆਵਾਜ਼ ਵੱਖੋ ਵੱਖਰੀ ਹੈ। ਇੱਕ ਬੰਦੇ ਦੀ ਆਵਾਜ਼ ਦੂਜੇ ਬੰਦੇ ਨਾਲ ਮੇਲ ਨਹੀਂ ਖਾਂਦੀ। ਸਾਰਿਆਂ ਵਿੱਚੋਂ ਵੱਖੋ ਵੱਖਰੀ ਆਵਾਜ਼ ਆ ਰਹੀ ਹੈ। ਸਾਰਿਆਂ ਦੇ ਜਿਹੜਾ ਖੂਨ ਦਾ ਜਿਹੜਾ ਹੈ ਉਹ ਵੀ ਗੁਰਮੁਖੋ ਪੈਰਾਮੀਟਰ ਵੱਖੋ ਵੱਖਰਾ ਹੈ। ਗਰੁੱਪ ਜਿਹਨੂੰ ਕਿਹਾ ਜਾਂਦਾ ਖੂਨ ਦਾ ਗਰੁੱਪ, ਕਿਸੇ ਦਾ ਕੁਝ ਹੈ, ਕਿਸੇ ਦਾ ਕੁਝ ਹੈ। ਤੋ ਵਾਹਿਗੁਰੂ ਪਰਮਾਤਮਾ ਦੀ ਕੈਸੀ ਅਦਭੁਤ ਰਚਨਾ ਕੀਤੀ ਹੋਈ ਹੈ। ਸਾਰਿਆਂ ਦਾ ਚੱਕਰ ਚੇਨ ਰੂਪ ਰੰਗ ਇੱਕ ਜਿਹਾ ਨਹੀਂ ਬਣਾਇਆ। ਕਿੰਨੀ ਬਾ ਕਮਾਲ ਉਹਦੀ ਰਚਨਾ ਹੈ। ਐਸਾ ਉਹ ਵਾਹਿਗੁਰੂ ਕਰਤਾ ਹੈ। ਪੁਰਖ ਸਾਰਿਆਂ ਵਿੱਚ ਪੂਰਿਆ ਹੋਇਆ ਹੈ। ਸਾਰਾ ਕੁਝ ਬਣਾ ਕੇ ਇਹਦੇ ਤੋਂ ਵੱਖ ਨਹੀਂ ਹੋਇਆ। ਬੰਦੇ ਨੇ ਜੋ ਕੁਝ ਬਣਾਇਆ ਬੰਦਾ ਉਹਦੇ ਵਿੱਚ ਨਹੀਂ ਰਹਿ ਸਕਿਆ। ਜਿਹਨੇ ਗੱਡੀ ਬਣਾਈ ਹਰ ਸਮੇਂ ਗੱਡੀ ਵਿੱਚ ਥੋੜਾ ਰਹਿੰਦਾ ਹੈ। ਜਿਹਨੇ ਕੋਠੀ ਬਣਾਈ ਕਾਰੀਗਰ ਨੇ, ਉਹ ਕੋਠੀ ਬਣਾ ਕੇ ਕਿਤੇ ਚਲਾ ਗਿਆ, ਰਹਿਣ ਵਾਲਾ ਕੋਈ ਹੋਰ ਹੈ। ਪਰ ਪਾਤਸ਼ਾਹ ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਤੇ ਵਾਹਿਗੁਰੂ ਸੰਸਾਰ ਉਹਦੀ ਬਣਾਈ ਹੋਈ ਕੋਠੀ ਹੈ ਤੇ ਸੰਸਾਰ ਦੇ ਵਿੱਚ ਹੀ ਉਹ ਰਹਿ ਰਿਹਾ ਹੈ। ਪੂਰਿਆ ਹੋਇਆ ਹੈ। ਉਹਨੂੰ ਪੁਰਖ ਕਿਹਾ ਗਿਆ। ਪੂਰੀ ਪ੍ਰਸੰਨਤਾ ਸਾ ਪੁਰਖਾ ਨਿਰਭਉ। ਪਾਤਸ਼ਾਹ ਕਹਿੰਦੇ ਵਾਹਿਗੁਰੂ ਨੂੰ ਕਿਸੇ ਕੋਲੋਂ ਡਰ ਨਹੀਂ ਲੱਗਦਾ। ਕਿਸੇ ਕੋਲੋਂ ਵੀ ਉਹ ਡਰਦਾ ਨਹੀਂ ਹੈ। ਡਰ ਦੇ ਜਿਹੜੇ ਕਾਰਨ ਨੇ ਉਹ ਹੈ ਕਿ ਮਨੁੱਖ ਕਮਜ਼ੋਰੀ ਕਰਕੇ ਡਰਦਾ ਹੈ। ਜਦੋਂ ਇਹਦੇ ਵਿੱਚ ਕਮਜ਼ੋਰੀ ਹੈ, ਸ਼ਕਤੀ ਤੋਂ ਹੀਣ ਹੈ, ਤਾਂ ਫਿਰ ਇਹ ਡਰਦਾ ਹੈ ਵੀ ਮੇਰੇ ਨਾਲ ਇਹ ਨਾ ਹੋ ਜਾਵੇ, ਮੇਰੇ ਨਾਲ ਇਹ ਨਾ ਹੋ ਜਾਵੇ, ਡਰੀ ਜਾਵੇਗਾ। ਪਾਤਸ਼ਾਹ ਕਹਿੰਦੇ ਵਾਹਿਗੁਰੂ ਵਿੱਚ ਕੋਈ ਕਮੀ ਨਹੀਂ ਹੈ। ਉਹ ਕਿਸੇ ਤੋਂ ਡਰਦਾ ਵੀ ਨਹੀਂ ਹੈ। ਨਿਰਭਉ ਹੈ, ਭਉ ਤੋਂ ਰਹਿਤ ਹੈ। ਤਾਂ ਹੀ ਤੇ ਮਹਾਰਾਜ ਕਹਿੰਦੇ ਜੇ ਤੂੰ ਵੀ ਭਉ ਤੋਂ ਰਹਿਤ ਹੋਣਾ ਚਾਹੁੰਦਾ ਹੈ, ਨਿਰਭਉ ਜਪੈ ਸਗਲ ਭਉ ਮਿਟੈ। ਉਸ ਨਿਰਭਉ ਵਾਹਿਗੁਰੂ ਨਿਰੰਕਾਰ ਨੂੰ ਜਪ, ਤੇਰਾ ਸਾਰਾ ਡਰ ਭੈ ਖਤਮ ਹੋ ਜਾਵੇਗਾ। ਨਿਰਵੈਰ ਵਾਹਿਗੁਰੂ ਨਿਰੰਕਾਰ ਦਾ ਕਿਸੇ ਨਾਲ ਵੈਰ ਨਹੀਂ। ਵੈਰ ਹੋਣ ਦਾ ਵੀ ਕਾਰਨ ਕੀ ਹੈ ਕਿ ਕੋਈ ਬੰਦਾ ਸਾਡੇ ਕੋਲੋਂ ਅੱਗੇ ਲੰਘ ਗਿਆ ਜਾਂ ਸਾਡੇ ਕੰਮ ਵਿੱਚ ਕੋਈ ਅੜਿੱਕਾ ਪਾਉਂਦਾ ਹੈ। ਵੈਰ ਹੋਣ ਦਾ ਕਾਰਨ ਕੀ ਵੀ ਇਹ ਬੰਦਾ ਮੇਰੇ ਤੋਂ ਅੱਗੇ ਕਿਉਂ ਲੰਘ ਗਿਆ ਹੈ, ਜਾਂ ਇਹ ਮੇਰੇ ਕੰਮ ਵਿੱਚ ਰੁਕਾਵਟ ਕਿਉਂ ਪਾ ਰਿਹਾ ਹੈ। ਪਰਮਾਤਮਾ ਤੋਂ ਅੱਗੇ ਕੋਈ ਜਾ ਹੀ ਨਹੀਂ ਸਕਦਾ। ਕਿੰਨੀ ਵੀ ਸ਼ਕਤੀ ਦਾ ਕੋਈ ਮਾਲਕ ਬਣ ਜੇ, ਰੱਬ ਤੋਂ ਵੱਡਾ ਨਹੀਂ ਹੈ। ਭਾਵੇਂ ਕਿ ਹਰਨਾਕਸ਼ ਨੇ ਦਾਅਵਾ ਕਰ ਲਿਆ ਕਿ ਮੈਂ ਹੁਣ ਰੱਬ ਹਾਂ, ਮੇਰੇ ਵਰਗਾ ਹੋਰ ਕੋਈ ਨਹੀਂ ਹੈ, ਮੈਂ ਹੀ ਰੱਬ ਹਾਂ। ਕਿਉਂਕਿ ਉਹਨੇ 12 ਵਾਰ ਮੰਗ ਲਏ ਸੀ। ਸੋਚਿਆ ਮੈਨੂੰ ਹੁਣ ਕੋਈ ਮਾਰ ਹੀ ਨਹੀਂ ਸਕਦਾ, ਕਿਉਂਕਿ ਜੁਗਤੀਆਂ ਸਾਰੀਆਂ ਖਤਮ ਹੋ ਗਈਆਂ, ਕਿਹੜੀ ਜੁਗਤੀ ਨਾਲ ਮਰਾਂਗਾ, ਕੋਈ ਮਾਰ ਹੀ ਨਹੀਂ ਸਕਦਾ। ਤਾਂ ਰੱਬ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ, ਅੱਧਾ ਸ਼ੇਰ ਦਾ ਅੱਧਾ ਮਨੁੱਖ ਦਾ, ਨਰ ਔਰ ਸਿੰਘ, ਸਿੰਘ ਸ਼ੇਰ ਨੂੰ ਕਹਿੰਦੇ ਨੇ, ਤਾਂ ਇਸ ਤਰ੍ਹਾਂ ਦੋ ਰੂਪ ਧਾਰਨ ਕਰਕੇ ਇੱਕੋ ਸਰੀਰ ਧਾਰਨ ਕਰ ਲਿਆ, ਦੋ ਰੂਪਾਂ ਦਾ, ਸ਼ੇਰ ਦਾ ਔਰ ਮਨੁੱਖ ਦਾ, ਤਾਂ ਉਹਨੂੰ ਮਾਰਨਾ ਕੀਤਾ। ਹੁਣ ਸਾਇੰਸ ਵਾਲੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੋਣਗੇ ਵੀ ਇਹ ਕਿਵੇਂ ਹੋ ਸਕਦਾ ਵੀ ਅੱਧਾ ਬੰਦਾ ਹੋਵੇ ਤੇ ਅੱਧਾ ਸ਼ੇਰ ਹੋਵੇ। ਜਿਹੜੀ ਰੂਹਾਨੀਅਤ ਦੇ ਭੇਦ ਨੇ, ਰੂਹਾਨੀਅਤ ਦੀਆਂ ਗੱਲਾਂ ਨੇ ਗੁਰਮੁਖੋ, ਇਹ ਸਾਇੰਸ ਦੀ ਪਕੜ ਵਿੱਚ ਨਹੀਂ ਆ ਸਕਦੀਆਂ। ਸਾਇੰਸ ਤਾਂ ਜਿੱਥੋਂ ਖਤਮ ਹੁੰਦੀ ਉੱਥੋਂ ਰੂਹਾਨੀਅਤ ਸ਼ੁਰੂ ਹੁੰਦੀ ਹੈ। ਰੂਹਾਨੀਅਤ ਦਾ ਬੜਾ ਵੱਡਾ ਜਿਹੜਾ ਅਸਥਾਨ ਹੈ, ਦਰਜਾ ਹੈ, ਅੰਤ ਕੋਈ ਨਹੀਂ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਨਿਰੰਕਾਰ ਨਿਰਵੈਰ ਹੈ।
ਉਹਦੇ ਤੋਂ ਕੋਈ ਅੱਗੇ ਨਹੀਂ ਜਾ ਸਕਦਾ, ਉਹਦੇ ਕੰਮ ਵਿੱਚ ਕੋਈ ਅੜਿੱਕਾ ਨਹੀਂ ਪਾ ਸਕਦਾ। ਆਪਾਂ ਉਹਦਾ ਕੰਮ, ਕੋਈ ਸਾਰੀ ਦੁਨੀਆ ਵੀ ਅੜਿੱਕਾ ਪਾਉਣਾ ਚਾਹਵੇ, ਰੱਬ ਦੇ ਕੰਮ ਵਿੱਚ ਅੜਿੱਕਾ ਨਹੀਂ ਪਾ ਸਕਦੇ। ਹਾਂ, ਕਿਸੇ ਬੰਦੇ ਦੇ ਕੰਮ ਵਿੱਚ ਆਪਾਂ ਹੋ ਸਕਦਾ ਕੋਈ ਅੜਿੱਕਾ ਪਾ ਦਈਏ, ਪਰ ਪਰਮਾਤਮਾ ਨੇ ਜੋ ਕਰਨਾ ਹੈ ਉਹਦੇ ਵਿੱਚ ਆਪਾਂ ਅੜਿੱਕਾ ਨਹੀਂ ਪਾ, ਰੋਕ ਹੀ ਨਹੀਂ ਸਕਦੇ। ਮੰਨ ਲਓ ਪਰਮਾਤਮਾ ਹਨੇਰੀ ਚਲਾ ਦੇਵੇ, ਆਪਾਂ ਹਨੇਰੀ ਨਹੀਂ ਰੋਕ ਸਕਦੇ, ਭਾਵੇਂ ਸਾਇੰਸ ਨੇ ਕਿੰਨੀ ਤਰੱਕੀ ਕਰ ਲਈ ਹੈ। ਪਰਮਾਤਮਾ ਚਾਹਵੇ ਮੀਂਹ ਲਾ ਦੇਵੇ ਕਈ ਦਿਨ, ਸਾਇੰਸ ਜਿੰਨਾ ਮਰਜ਼ੀ ਸਾਇੰਸਦਾਨ ਜ਼ੋਰ ਲਾ ਲੈਣ, ਮੀਂਹ ਨੂੰ ਹਟਾ ਨਹੀਂ ਸਕਦੇ। ਜੇ ਉਹ ਚਾਹੁੰਦਾ ਹੈ ਮੀਂਹ ਪਾਣਾ, ਕਿਵੇਂ ਰੋਕ ਲਏਗੀ ਸਾਇੰਸ? ਹੁਣ ਸਰਦੀ ਦਾ ਮੌਸਮ ਆ ਰਿਹਾ, ਧੁੰਦਾਂ ਪੈਣੀਆਂ, ਠੰਡ ਪੈਣੀ ਹੈ, ਸਾਇੰਸ ਵਾਲਿਆਂ ਨੂੰ ਕੋ ਰੋਕ ਕੇ ਦਿਖਾਓ, ਤੁਸੀਂ ਬੜੀ ਤਰੱਕੀ ਕਰ ਲਈ, ਕਹਿੰਦੇ ਵੀ ਸਾਇੰਸ ਨੇ ਬੜੀ ਤਰੱਕੀ ਕਰ ਲਈ ਹੈ। ਸਾਇੰਸ ਰੋਕ ਕੇ ਵਿਖਾਵੇ, ਪਰਮਾਤਮਾ ਠੰਡ ਪਾਵੇਗਾ, ਉਹਨੂੰ ਸਾਨੂੰ ਰੋਕ ਕੇ ਵਿਖਾਵੇ, ਨਹੀਂ ਰੋਕ ਸਕਦੇ। ਉਹਦੇ ਕੰਮ ਵਿੱਚ ਅੜਿੱਕਾ ਨਹੀਂ ਪਾ ਸਕਦੇ, ਆਪਾਂ ਕਿਸੇ ਵੀ ਤਰ੍ਹਾਂ ਨਹੀਂ ਪਾ ਸਕਦੇ। ਇਸ ਕਰਕੇ ਉਹਦਾ ਕਿਸੇ ਨਾਲ ਵੈਰ ਵੀ ਨਹੀਂ ਹੈ, ਕਿਉਂਕਿ ਵੈਰ ਵੀ ਉੱਥੇ ਪੈਦਾ ਹੋਣਾ ਜਦੋਂ ਆਪਾਂ ਕਿਸੇ ਦੇ ਕੰਮ ਵਿੱਚ ਅੜਿੱਕਾ ਪਾਵਾਂਗੇ, ਉਹ ਸਾਡੇ ਨਾਲ ਫਿਰ ਵੈਰ ਕਰੇਗਾ। ਪਰਮਾਤਮਾ ਵਾਹਿਗੁਰੂ ਦੇ ਕੰਮ ਵਿੱਚ ਕੋਈ ਰੋਕ ਨਹੀਂ ਪਾ ਸਕਦਾ, ਕੋਈ ਉਹਦੇ ਤੋਂ ਅੱਗੇ ਨਹੀਂ ਵੱਧ ਸਕਦਾ। ਕੋਈ ਕਿੰਨਾ ਵੀ ਚਤਰ ਚਲਾਕ ਹੋਵੇ, ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਚਤਰਾਈ ਸਿਆਣਪਾ ਕਿਤੇ ਕਾਮ ਨ ਆਈਐ, ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ। ਪਾਤਸ਼ਾਹ ਕਹਿੰਦੇ ਵਾਹਿਗੁਰੂ ਨਿਰੰਕਾਰ ਦਾ ਕਿਸੇ ਨਾਲ ਵੀ ਵੈਰ ਨਹੀਂ ਹੈ। ਐਸਾ ਉਹ ਵਾਹਿਗੁਰੂ ਨਿਰੰਕਾਰ ਸਰਵ ਸ਼ਕਤੀਮਾਨ ਹੈ, ਉਹਦਾ ਨਾਮ ਜਪਣਾ ਹੈ। ਅਕਾਲ ਮੂਰਤ, ਉਹਦੀ ਜਿਹੜੀ ਮੂਰਤ ਹੈ, ਭਾਵ ਜਿਹੜੀ ਉਹਦੀ ਹਸਤੀ ਹੈ, ਉਹ ਕਾਲ ਤੋਂ ਰਹਿਤ ਹੈ, ਅਕਾਲ ਹੈ। ਇਹ ਜਿੰਨੀਆਂ ਵੀ ਹਸਤੀਆਂ ਸੰਸਾਰ ਵਿੱਚ ਦਿਖਾਈ ਦੇ ਰਹੀਆਂ ਨੇ, ਚੰਦਰਮਾ, ਸੂਰਜ, ਪਹਾੜ, ਸਮੁੰਦਰ, ਧਰਤੀ, ਬੰਦੇ, ਜਾਨਵਰ, ਪਸ਼ੂ, ਪੰਛੀ, ਇਹ ਸਾਰੀਆਂ ਹਸਤੀਆਂ ਇੱਕ ਦਿਨ ਮਿਟ ਜਾਣਗੀਆਂ, ਖਤਮ ਹੋ ਜਾਣਗੀਆਂ। ਪਰ ਵਾਹਿਗੁਰੂ ਦੀ ਜੋ ਹਸਤੀ ਹੈ ਉਹ ਕਦੇ ਮਿਟੇਗੀ ਨਹੀਂ, ਕਿਉਂਕਿ ਅਕਾਲ ਹੈ, ਕਾਲ ਦੇ ਵਿੱਚ ਨਹੀਂ ਆਉਂਦੀ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਕਾਲ ਸਾਰਿਆਂ ਨੂੰ ਖਾ ਜਾਂਦਾ, ਕਿੱਡੀ ਵੀ ਵੱਡੀ ਹਸਤੀ ਹੋਵੇ, ਜਿਹੜੀ ਕਾਲ ਦੇ ਵਿੱਚ ਪੈਦਾ ਹੋਈ ਉਹਨੂੰ ਕਾਲ ਖਾਵੇਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਬਚਨ ਇਹ ਚੌਪਈ ਸਾਹਿਬ ਦੇ ਵਿੱਚ ਆਪਾਂ ਸਰਵਣ ਕੀਤੇ ਨੇ, ਕਾਲ ਪਾਏ ਬ੍ਰਹਮਾ ਬਪਤਰਾ। ਤੇ ਮਹਾਰਾਜ ਇਹ ਵੀ ਕਹਿੰਦੇ ਨੇ, ਏਕ ਸ਼ਿਵ ਭਏ ਏਕ ਗਏ, ਏਕ ਫੇਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ब्रह्मा ओ विष्णु केते, वेद ओ पुराण केते, सिमरत समूहन कै हुए हुए बिताए हैं। फिर पातशाह जी कहते कि पीर ओ पकंबर केते, गणे ना परत एते, भूमि ही ते होए कै फिर भूमि ही मिलाए हैं। बड़े बड़े आए आके चले गए, वाहिगुरु निरंकार काल दे अधीनी, ना ओ जमदा है ना वो मरदा है। पातशाह कहते ऐसा वो वाहिगुरु निरंकार है, अकाल मूरत। मूरत का भाव है हस्ती, मूरत का भाव है नहीं जिहड़ियां मूर्तियां बनाई भी रब की मूर्ति है। इत्थे मूरत का भाव है हस्ती, वो हस्ती वाहिगुरु जो अकाल है, काल तो रहत है, अजूनी, वो दुनिया विच नहीं आउंदा। ਜਿਹੜਾ ਕਹਿੰਦਾ ਰੱਬ ਜਨਮ ਪਿਆ, ਰੱਬ ਦਾ ਜਨਮ ਹੋ ਗਿਆ, ਪਾਤਸ਼ਾਹ ਕਹਿੰਦੇ ਸੋ ਮੁਖ ਜਲੋ ਜੇ ਕਹਿਤ ਠਾਕਰ ਜੋਨੀ, ਉਹ ਮੂੰਹ ਹੀ ਸੜ ਜਾਵੇ ਜਿਹੜਾ ਕਹਿੰਦਾ ਰੱਬ ਜੂਨੀਆਂ ਵਿੱਚ ਆਉਂਦਾ ਹੈ। ਵਾਹਿਗੁਰੂ ਜੂਨੀਆਂ ਤੋਂ ਰਹਿਤ ਹੈ, ਉਹ ਜੂਨੀਆਂ ਵਿੱਚ ਨਹੀਂ ਆਉਂਦਾ, ਇਸ ਕਰਕੇ ਉਹਨੂੰ ਅਜੂਨੀ ਆਖਿਆ ਗਿਆ। ਸੈਵੰ ਸਵੈ ਤੋਂ ਪ੍ਰਕਾਸ਼ਮਾਨ ਹੈ, ਉਹ ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ, ਕਿਸੇ ਦਾ ਬਣਾਇਆ ਹੋਇਆ ਨਹੀਂ ਹੈ। ਦੁਨੀਆ ਦੇ ਵਿੱਚ ਦੋ ਤਰ੍ਹਾਂ ਹੀ ਇਹ ਕਾਰਜ ਹੁੰਦਾ ਹੈ, ਜਾਂ ਤਾਂ ਕਿਸੇ ਨੇ ਕਿਸੇ ਨੂੰ ਪੈਦਾ ਕੀਤਾ ਹੈ, ਜਾਂ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਕਿਸੇ ਬੰਦੇ ਨੂੰ ਥਾਪ ਦਿੰਦੇ ਨੇ, ਲੈ ਵੀ ਤੂੰ ਇਸ ਪ੍ਰਾਪਰਟੀ ਦਾ ਮਾਲਕ ਹੈ, ਇਸ ਸੰਸਥਾ ਦਾ ਤੂੰ ਮਾਲਕ ਹੈ। ਬਹੁਤ ਸਾਰੇ ਲੋਕ ਇਕੱਠੇ ਹੋਏ ਕਹਿੰਦੇ ਭਾਈ ਤੈਨੂੰ ਅਸੀਂ ਇਸ ਸੰਸਥਾ ਦਾ ਮਾਲਕ ਬਣਾ, ਥਾਪ ਦਿੱਤਾ, ਅੱਜ ਤੋਂ
ਤੇ ਜਾਂ ਕਿਸੇ ਨੇ ਪੈਦਾ ਕੀਤਾ, ਕਿਸੇ ਨੂੰ ਬਣਾਇਆ ਹੈ, ਕੋਈ ਰਚਨਾ ਕੀਤੀ ਹੈ। ਵਾਹਿਗੁਰੂ ਨਿਰੰਕਾਰ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਆਪਣੇ ਆਪ ਤੋਂ ਇਹ ਸਵੈ ਪ੍ਰਕਾਸ਼ਮਾਨ ਹੈ। ਗੁਰ ਪ੍ਰਸਾਦ ਦੇ ਵਿਦਵਾਨਾਂ ਨੇ ਬਹੁਤ ਸਾਰੇ ਅਰਥ ਕੀਤੇ ਨੇ। ਬਹੁਤਾ ਅਰਥ ਇਹੀ ਕੀਤਾ ਜਾਂਦਾ ਹੈ ਕਿ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਪਰ ਵਿਦਵਾਨ ਗੁਰਮੁਖ ਪਿਆਰੇ ਇਹ ਵੀ ਅਰਥ ਕਰਦੇ ਨੇ, ਗੁਰ ਦਾ ਅਰਥ ਹੈ ਵੱਡਾ, ਪ੍ਰਸਾਦ ਮੈਨੇ ਕਿਰਪਾ। ਭਾਈ ਵਾਹਿਗੁਰੂ ਦੇ ਨਾਮ ਨੂੰ ਜਪੋ, ਬੜੀ ਵੱਡੀ ਕਿਰਪਾ ਵਾਲਾ ਹੈ। ਇੰਨੀ ਤੇਰੇ ਤੇ ਕਿਰਪਾ ਕਰ ਦੇਗਾ, ਤੂੰ ਸੋਚ ਵੀ ਨਹੀਂ ਸਕਦਾ ਵੀ ਮੈਂ ਇੰਨਾ ਕੁਝ ਦਾ ਮਾਲਕ ਹੋ ਜਾਵਾਂਗਾ। ਵਾਹਿਗੁਰੂ ਏਡੀ ਵੱਡੀ ਕਿਰਪਾ ਵਾਲਾ, ਉਹਦੀ ਕਿਰਪਾ ਨੂੰ ਤੋਲਿਆ ਮਿਣਿਆ ਨਹੀਂ ਜਾ ਸਕਦਾ। ਆਪਣੇ ਤਾਂ ਸਮਝ ਵਿੱਚ ਵੀ ਨਹੀਂ ਆ ਸਕਦੀ ਵੀ ਕਿੱਡੀ ਉਹ ਬਖਸ਼ਿਸ਼ ਕਰ ਦਿੰਦਾ ਹੈ। ਜਿਵੇਂ ਇਤਿਹਾਸ ਵਿੱਚ ਬਹੁਤ ਸਾਰੇ ਸਾਖੀਆਂ ਪ੍ਰਮਾਣ ਆਉਂਦੇ ਨੇ। ਜਿਵੇਂ ਮਾਤਾ ਸੁਲੱਖਣੀ ਦਾ ਜ਼ਿਕਰ ਆਉਂਦਾ, ਇੱਕ ਪੁੱਤ ਵਾਸਤੇ ਪਤਾ ਨਹੀਂ ਕਿੱਥੇ ਕਿੱਥੇ ਉਹਨੇ ਧੱਕੇ ਖਾਧੇ, ਕਿਹੜੇ ਕਿਹੜੇ ਡੇਰੇ ਤੇ ਨਹੀਂ ਗਈ, ਬੜੇ ਧਾਗੇ ਤਵੀਤ ਬੜੇ ਟੂਣੇ ਕੀਤੇ ਹੋਣਗੇ, ਬੜਾ ਕੁਝ ਕੀਤਾ, ਉਮਰ ਵੀ ਢਲ ਚੱਲੀ ਤੇ ਇੱਕ ਪੁੱਤਰ ਵੀ ਨਹੀਂ ਮਿਲਿਆ। ਛੇਵੇਂ ਪਾਤਸ਼ਾਹ ਜੀ ਦੇ ਕੋਲ ਆ ਗਈ, ਮਹਾਰਾਜ ਜੀ ਨੇ ਇੱਕ ਦੀ ਥਾਂ 7 ਪੁੱਤਰ ਬਖਸ਼ ਦਿੱਤੇ। ਕਿਤੇ ਇੱਕ ਪੁੱਤਰ ਹੋ ਜੇ ਤੇ ਲੋਕ ਕਹਿੰਦੇ ਬੜੀ ਵੱਡੀ ਕਿਰਪਾ ਹੈ, ਬੜੀ ਬਖਸ਼ਿਸ਼ ਹੋ ਗਈ, ਦੱਸਿਆ ਹੀ ਨਹੀਂ ਜਾ ਸਕਦਾ। ਜਿਹੜਾ ਇੱਕ ਨੂੰ ਤਰਸ ਰਿਹਾ ਸੀ, 7 ਪੁੱਤਰਾਂ ਦੀ ਦਾਤ ਦੇ ਦਿੱਤੀ, ਸਾਡੀ ਸੋਚ ਤੋਂ ਪਰਾਂ ਦੀ ਗੱਲ ਹੈ। ਕਿਹੜੀ ਵੱਡੀ ਉਹ ਬਖਸ਼ਿਸ਼, ਇਹ ਵੀ ਕੋਈ ਵੱਡੀ ਗੱਲ ਨਹੀਂ, ਕਿਉਂਕਿ ਇਹ ਤਾਂ ਬੜੀਆਂ ਛੋਟੀਆਂ ਗੱਲਾਂ ਨੇ। ਉਹਦੀ ਕਿਰਪਾ ਨੂੰ ਤੇ ਮਿਣਿਆ ਹੀ ਨਹੀਂ ਜਾ ਸਕਦਾ ਵੀ ਉਹ ਕਿੱਡੀ ਵੱਡੀ ਕਿਰਪਾ ਦਾ। ਅਸੀਂ ਨਹੀਂ ਸੰਭਾਲ ਸਕਦੇ ਉਹਦੀ ਕਿੰਨੀ ਕਿਰਪਾ ਕਰਦੇ ਵੇ। ਉਹ ਭਾਂਡਾ ਵੇਖ ਕੇ ਬਖਸ਼ਿਸ਼ ਪਾ ਦਿੰਦਾ ਹੈ, ਅਸੀਂ ਸੰਭਾਲ ਨਹੀਂ ਸਕਦੇ ਜਿੱਡੀ ਵੱਡੀ ਕਿਰਪਾ ਦਾ ਉਹ ਮਾਲਕ ਹੈ। ਉਹ ਗੁਰ ਪ੍ਰਸਾਦ ਵੱਡੀ ਕਿਰਪਾ ਵਾਲਾ ਹੈ, ਵੱਡੀ ਬਖਸ਼ਿਸ਼ ਵਾਲਾ ਹੈ। ਪਰ ਬਹੁਤ ਵਿਦਵਾਨ ਇਸੇ ਤਰ੍ਹਾਂ ਸਹਿਮਤ ਨੇ ਕਿ ਗੁਰ ਪ੍ਰਸਾਦ, ਕਿਉਂਕਿ ਗੁਰਬਾਣੀ ਦੇ ਆਪਾਂ ਦਾਅਵਾ ਨਹੀਂ ਕਰ ਸਕਦੇ ਵੀ ਜੋ ਮੈਂ ਅਰਥ ਕਰ ਦਿੱਤੇ ਨੇ ਇਹੀ ਨੇ। ਇਹ ਤਾਂ ਜਿਵੇਂ ਜਿਵੇਂ ਕਿਸੇ ਨੂੰ ਸਮਝ ਆਉਂਦੀ ਹੈ ਉਹਦੇ ਮੁਤਾਬਕ ਗੱਲ ਕਰ ਦਿੰਦੇ ਆ, ਵਰਨਾ ਅੰਤ ਕੋਈ ਨਹੀਂ ਹੈ। ਗੁਰਬਾਣੀ ਦੇ ਜਿਹੜੇ ਅਰਥ ਨੇ ਨਾ, ਉਹ ਦਾਅਵਾ ਨਹੀਂ ਕੀਤਾ ਜਾ ਸਕਦਾ ਵੀ ਜੋ ਅਰਥ ਫਲਾਣੇ ਵਿਦਵਾਨ ਨੇ ਕਰਤੇ ਨੇ ਉਹ ਐਂਡ ਹੈ। ਕਿਉਂਕਿ ਗੁਰਬਾਣੀ ਅਨੰਤ ਹੈ, ਅਨੰਤ ਤੋਂ ਆਈ ਹੈ। ਜਿੰਨਾ ਕੋਈ ਖੋਜੇਗਾ ਓਨਾ ਜ਼ਿਆਦਾ ਉਹਨੂੰ ਲਾਭ ਮਿਲੀ ਜਾਵੇਗਾ। ਜਿੰਨਾ ਵੀ ਕੋਈ ਮਿਹਨਤ ਕਰ ਲਵੇ ਓਨਾ ਵੱਡਾ ਲਾਭ ਹੈ, ਅੰਤ ਕੋਈ ਨਹੀਂ ਹੈ। ਇੱਕ ਖੇਤ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਥੇ ਮੱਕੀ ਹੋ ਸਕਦੀ ਹੈ, ਇੱਥੇ ਕਣਕ ਹੀ ਹੋ ਸਕਦੀ ਹੈ। ਇਹ ਤਾਂ ਜ਼ਿਮੀਂਦਾਰ ਦੀ ਮਿਹਨਤ ਹੈ। ਉਹ ਕਿੰਨੀ ਜ਼ਿਆਦਾ ਮਿਹਨਤ ਕਰਕੇ ਉਸ ਖੇਤ ਵਿੱਚੋਂ ਜੋ ਕੁਝ ਮਰਜ਼ੀ ਪ੍ਰਾਪਤ ਕਰ ਲਵੇ, ਮਿਹਨਤ ਦੇ ਹਿਸਾਬ ਨਾਲ। ਜਿੰਨੀ ਕੋਈ ਮਿਹਨਤ ਕਰੀ ਜਾਵੇਗਾ ਓਨਾ ਵੱਡਾ ਫਲ। ਜਿਵੇਂ ਪੜ੍ਹਾਈ ਹੈ, ਦੇਖੋ ਉਹੀ ਪੜ੍ਹਾਈ ਕਰਕੇ ਕੋਈ ਚਪੜਾਸੀ ਲੱਗਦਾ, ਉਸੇ ਸਕੂਲ ਵਿੱਚ ਪੜ੍ਹ ਕੇ ਉਹੀ ਪੜ੍ਹਾਈ ਕਰਕੇ ਕੋਈ ਜੱਜ ਵੀ ਲੱਗਦਾ ਹੈ। ਪੜ੍ਹਾਈ ਤਾਂ ਇੱਕੋ ਸਕੂਲ ਵਿੱਚ ਕੀਤੀ ਹੈ ਨਾ। ਜਿੰਨੀ ਕੁ ਕਿਸੇ ਨੇ ਪੜ੍ਹਾਈ ਕੀਤੀ ਹੈ ਉਸ ਮੁਤਾਬਕ ਉਹਨੂੰ ਰੁਤਬਾ ਮਿਲ ਗਿਆ, ਉਸ ਮੁਤਾਬਕ ਉਹਨੂੰ ਦਾਤ ਮਿਲ ਗਈ ਹੈ, ਉਸ ਮੁਤਾਬਕ ਉਹਨੂੰ ਬਖਸ਼ਿਸ਼ ਹੋਈ ਹੈ। ਇਸੇ ਤਰ੍ਹਾਂ ਗੁਰਮੁਖੋ ਗੁਰਬਾਣੀ ਨੂੰ ਜਿੰਨਾ ਕੋਈ ਗਹਿਰਾਈ ਨਾਲ ਪੜ੍ਹੇਗਾ, ਉਸੇ ਪੜ੍ਹਾਈ ਨੂੰ ਕਰਕੇ ਕੋਈ ਡਾਕਟਰ ਬਣਦਾ ਹੈ। ਜਿਹੜਾ ਮਨੁੱਖ ਦੇ ਸਰੀਰ ਨੂੰ ਚੀਰ ਕੇ ਫਿਰ ਆਪਰੇਸ਼ਨ ਕਰਕੇ ਸੀ ਦਿੰਦਾ ਹੈ, ਬੰਦਾ ਤੁਰਦਾ ਫਿਰਦਾ ਹੋ ਜਾਂਦਾ ਹੈ। ਪੜ੍ਹਾਈ ਤਾਂ ਉਹੀ ਇੱਕੋ ਸਕੂਲ ਦੇ ਵਿੱਚੋਂ ਕੀਤੀ, ਪਰ ਕੋਈ ਫੇਲ ਵੀ ਹੋ ਗਏ, ਬਿਲਕੁਲ ਕੁਝ ਵੀ ਲਾਭ ਨਹੀਂ ਲੈ ਸਕੇ। ਇਸ ਤਰ੍ਹਾਂ ਗੁਰਬਾਣੀ ਦੇ ਵਿੱਚੋਂ ਵੀ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਕਹਿੰਦੇ ਤੈਸੇ ਗੁਰਬਾਣੀ ਵੀ ਕਹਿ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ। ਮਹਾਰਾਜ ਕਹਿੰਦੇ ਬਾਣੀ ਵਿੱਚ ਸਾਰੇ ਅੰਮ੍ਰਿਤ ਨੇ। ਅੰਮ੍ਰਿਤ ਦਾ ਭਾਵ ਹੈ ਸਾਰੀਆਂ ਕੀਮਤੀ ਦਾਤਾਂ ਨੇ।
ਜਿਹੜਾ ਮੰਨੇਗਾ ਕਮਾਵੇਗਾ ਉਹਨੂੰ ਉਹ ਦਾਤਾਂ ਪ੍ਰਾਪਤ ਹੋ ਜਾਣਗੀਆਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਵਾਹਿਗੁਰੂ ਜੀ ਦਾ ਮੰਗਲਾਚਰਨ ਕੀਤਾ ਹੈ। ਇਹ ਮੰਗਲਾਚਰਨ 33 ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ। ਵੱਡੇ ਸਰੂਪ ਵਾਲਾ ਮੰਗਲਾਚਰਨ ਹੈ। ਗੁਰ ਪ੍ਰਸਾਦ ਵਾਹਿਗੁਰੂ ਨਿਰੰਕਾਰ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਮਿਲਦਾ ਹੈ। ਜੋ ਵਾਹਿਗੁਰੂ ਦਾ ਉੱਪਰ ਸਰੂਪ ਦੱਸਿਆ ਹੈ, ਜੋ ਵਾਹਿਗੁਰੂ ਦੇ ਉੱਪਰ ਗੁਣ ਦੱਸੇ ਨੇ, ਉਹ ਵਾਹਿਗੁਰੂ ਨਿਰੰਕਾਰ ਸਾਨੂੰ ਕਿਵੇਂ ਮਿਲੇਗਾ? ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਮਿਲੇਗਾ। ਸੋ ਗੁਰਮੁਖੋ, ਗੁਰੂ ਦੀ ਮੱਤ ਦੇ ਧਾਰਨੀ ਹੋਈਏ, ਗੁਰੂ ਦੇ ਬਚਨਾਂ ਨੂੰ ਮੰਨਾਂਗੇ। ਜਿੰਨਾ ਕੋਈ ਮੰਨੇਗਾ ਨਾ, ਓਨਾ ਵੱਡਾ ਲਾਭ ਪ੍ਰਾਪਤ ਹੁੰਦਾ ਹੈ। ਜਿੰਨੀ ਭਾਵਨਾ ਨਾਲ ਮੰਨਾਂਗੇ, ਜਿੰਨੀ ਸ਼ਿੱਦਤ ਨਾਲ ਗੁਰੂ ਦੇ ਬਚਨਾਂ ਨੂੰ ਮੰਨਾਂਗੇ, ਓਨਾ ਵੱਡਾ ਸਾਨੂੰ ਲਾਭ ਪ੍ਰਾਪਤ ਹੋਣਾ ਹੈ। ਸੋ ਇਸ ਕਰਕੇ ਸ਼ਰਧਾ ਭਾਵਨਾ ਦੇ ਨਾਲ, ਗੁਰਬਾਣੀ ਦੇ ਨਾਲ ਜੁੜੀਏ। ਕਿਸੇ ਵੀ ਮੜੀ ਦੀ, ਮੱਟੀ ਦੀ, ਕਿਸੇ ਦੀ ਪੂਜਾ ਕਰਨ ਦੀ ਲੋੜ ਨਹੀਂ, ਕਿਸੇ ਦੇਹ ਨਾਲ ਜੁੜਨ ਦੀ ਲੋੜ ਨਹੀਂ। ਸ਼ਬਦ ਦੀ ਕਮਾਈ ਕਰੋ। ਗੁਰਬਾਣੀ ਨੇ ਆਪੇ ਹੀ ਰਹਿਮਤਾਂ ਨਾਲ ਤੁਹਾਡੀਆਂ ਝੋਲੀਆਂ ਭਰ ਦੇਣੀਆਂ ਨੇ, ਬਖਸ਼ਿਸ਼ਾਂ ਹੋ ਜਾਣੀਆਂ ਨੇ। ਗੁਰਬਾਣੀ ਐਸੀ ਸਤਿਗੁਰੂ ਦੀ ਅਮੋਲਕ ਦਾਤ ਹੈ। ਹਮ ਧਨਵੰਤ ਭਾਗਤ ਸਚ ਨਾਏ, ਹਰ ਗੁਣ ਗਾਵੇਂ ਸਹਿ ਸੁਭਾਏ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਪਿਆ ਨਿਧਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਖੂਟ ਤੋਲ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਬਦ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਸਤਿਗੁਰੂ ਜੀ ਮਹਿਰਾਮਤ ਕਰਨ ਭਾਵਨਾ ਨਾਲ ਗੁਰਬਾਣੀ ਨਾਲ ਜੁੜ ਸਕੀਏ। ਰਾਮਕਲੀ ਰਾਗ ਦੀ ਅੱਜ ਆਰੰਭਤਾ ਹੋਈ ਹੈ ਔਰ ਇਸ ਰਾਗ ਦਾ 18ਵਾਂ ਨੰਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਇਆ ਹੈ। ਸਤਿਗੁਰੂ ਜੀ ਜਿਵੇਂ ਬਖਸ਼ਿਸ਼ਾਂ ਕਰਕੇ ਸੇਵਾ ਲੈਣਗੇ, ਆਪਾਂ ਗੁਰਬਾਣੀ ਨਾਲ ਜੁੜਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।